Now, friends, प्यारे मित्रों, I have been much concerned about families. ਮੈਨੂੰ ਪਰਿਵਾਰਾਂ ਦੇ ਬਾਰੇ ਬਹੁਤ ਚਿੰਤਾ ਹੈ। And what does the Bible speak about certain families? ਅਤੇ ਕੁਝ ਪਰਿਵਾਰਾਂ ਦੇ ਬਾਰੇ ਬਾਈਬਲ ਕੀ ਆਖਦੀ ਹੈ? Now, we are struggling in our families. ਵੇਖੋ, ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਸੰਘਰਸ਼ ਕਰ ਰਹੇ ਹਾਂ। On the one hand, there is the pull of money and the world. ਇੱਕ ਪਾਸੇ ਪੈਸੇ ਦੀ ਖਿੱਚ ਹੈ ਅਤੇ ਦੂਜੇ ਪਾਸੇ ਸੰਸਾਰ ਦੀ। And we think that education is going to solve all our problems. ਅਤੇ ਅਸੀਂ ਸੋਚਦੇ ਹਾਂ ਕਿ ਸਾਡੀ ਪੜ੍ਹਾਈ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗੀ। As a matter of fact, ਅਸਲ ਦੇ ਵਿੱਚ when my father preached to a small group of students, ਜਦੋਂ ਮੇਰੇ ਪਿਤਾ ਜੀ ਨੇ ਵਿਦਿਆਰਥੀਆਂ ਦੇ ਇੱਕ ਛੋਟੇ ਝੁੰਡ ਦੇ ਵਿੱਚ ਪ੍ਰਚਾਰ ਕੀਤਾ ਸੀ, he always had a message of victory for them. ਉਸ ਦੇ ਕੋਲ ਉਹਨਾਂ ਲਈ ਹਮੇਸ਼ਾ ਇੱਕ ਜਿੱਤ ਦਾ ਸੰਦੇਸ਼ ਸੀ। Victory over the world, the flesh and the devil. ਸੰਸਾਰ ਦੇ ਉੱਤੇ, ਸਰੀਰ ਦੇ ਉੱਤੇ ਅਤੇ ਸ਼ੈਤਾਨ ਦੇ ਉੱਤੇ ਜਿੱਤ। And many of those young men began to practice that. ਅਤੇ ਬਹੁਤ ਸਾਰੇ ਉਹਨਾਂ ਜਵਾਨ ਮਨੁੱਖਾਂ ਨੇ ਇਸ ਦਾ ਅਭਿਆਸ ਕੀਤਾ ਸੀ। But today, ਪਰ ਅੱਜ there's a lot of trouble in families. ਇੱਥੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੀ ਸਮੱਸਿਆ ਹੈ। Now, a lying tongue is a curse. ਇੱਕ ਝੂਠ ਬੋਲਣ ਵਾਲੀ ਜੀਭ ਇੱਕ ਸਰਾਪ ਹੈ। I don't know how many of you have a lying tongue. ਮੈਂ ਨਹੀਂ ਜਾਣਦਾ ਕਿ ਤੁਹਾਡੇ ਵਿੱਚ ਕਿੰਨਿਆਂ ਕੋਲ ਝੂਠ ਬੋਲਣ ਵਾਲੀ ਜੀਭ ਹੈ। The Bible says the lying tongue will perish. ਬਾਈਬਲ ਆਖਦੀ ਹੈ ਕਿ ਝੂਠ ਬੋਲਣ ਵਾਲੀ ਜੀਭ ਨਾਸ਼ ਹੋਵੇਗੀ। And it is so common for people to speak lies to a mother. I did when I was unconverted. ਮਾਂ ਨਾਲ ਝੂਠ ਬੋਲਣਾ ਇੱਕ ਆਮ ਗੱਲ ਹੈ। ਮੈਂ ਵੀ ਬੋਲਿਆ ਸੀ। I had no control over my tongue. ਮੇਰੀ ਜੀਭ ਦੇ ਉੱਪਰ ਮੇਰਾ ਕੋਈ ਨਿਯੰਤਰਣ ਨਹੀਂ ਸੀ। But ਪਰ when I came to the Lord, ਜਦੋਂ ਮੈਂ ਪ੍ਰਭੂ ਵਿੱਚ ਆਇਆ, the Lord taught me that I should not speak any idle word. ਪ੍ਰਭੂ ਨੇ ਮੈਨੂੰ ਸਿਖਾਇਆ ਕਿ ਮੈਨੂੰ ਕਦੇ ਵੀ ਵਿਅਰਥ ਸ਼ਬਦ ਨਹੀਂ ਬੋਲਣੇ ਚਾਹੀਦੇ ਹਨ। So my tongue came under the control of the Holy Spirit. ਇਸ ਤਰ੍ਹਾਂ ਮੇਰੀ ਜੀਭ ਪਵਿੱਤਰ ਆਤਮਾ ਦੇ ਨਿਯੰਤਰਣ ਹੇਠ ਆ ਗਈ। See, one communicating device, you see, and we pray the Lord's Prayer with this tongue. ਵੇਖੋ, ਅਸੀਂ ਇਸੇ ਜੀਭ ਨਾਲ ਪ੍ਰਭੂ ਦੀ ਪ੍ਰਾਰਥਨਾ ਕਰਦੇ ਹਾਂ And we backbite people with this tongue. ਅਤੇ ਇਸੇ ਜੀਭ ਨਾਲ ਅਸੀਂ ਲੋਕਾਂ ਦੀਆਂ ਚੁਗਲੀਆਂ ਵੀ ਕਰਦੇ ਹਾਂ। Some people are full of backbiting. ਕੁਝ ਲੋਕ ਤਾਂ ਚੁਗਲੀਆਂ ਨਾਲ ਭਰੇ ਹੁੰਦੇ ਹਨ। But they're a bunch of hypocrites. ਉਹ ਪਖੰਡੀਆਂ ਦਾ ਇੱਕ ਝੁੰਡ ਹਨ। Why should I talk evil about anybody? ਮੈਂ ਕਿਸੇ ਦੇ ਬਾਰੇ ਕੋਈ ਚੁਗਲੀ ਕਿਉਂ ਕਰਾਂ? I don't like negative things and negative words. ਮੈਨੂੰ ਨਕਾਰਾਤਮਕ ਗੱਲਾਂ, ਨਕਾਰਾਤਮਕ ਸ਼ਬਦ ਪਸੰਦ ਨਹੀਂ ਹਨ। And if I fill my family with such words, ਅਤੇ ਜੇਕਰ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਪਰਿਵਾਰ ਨੂੰ ਭਰਾਂ, I will make them all negative. ਮੈਂ ਉਹਨਾਂ ਸ਼ਬਦਾਂ ਨੂੰ ਨਕਾਰਾਤਮਕ ਬਣਾ ਦੇਵਾਂਗਾ। Watch your tongue. ਆਪਣੀ ਜੀਭ ਤੇ ਨਿਯੰਤਰਣ ਰੱਖੋ। God said to Isaiah, ਪਰਮੇਸ਼ਵਰ ਨੇ ਯਸ਼ਾਇਆ ਨੂੰ ਆਖਿਆ, Behold, this hath touched thy mouth, ਕਿਉਂ ਜੋ ਇਸ ਨੇ ਤੇਰੇ ਮੂੰਹ ਨੂੰ ਛੂ ਲਿਆ ਹੈ and your sin is purged. ਅਤੇ ਤੇਰਾ ਪਾਪ ਸ਼ੁੱਧ ਹੋ ਗਿਆ ਹੈ। What light coal from God's altar. ਵੇਖੋ, ਪਰਮੇਸ਼ਵਰ ਦੀ ਜਗਵੇਦੀ ਤੋਂ ਚੁੱਕੇ ਹੋਏ ਇੱਕ ਕੋਲੇ ਦੇ ਨਾਲ। All right, we need that. ਸਾਨੂੰ ਵੀ ਉਸ ਦੀ ਲੋੜ ਹੈ। So in the family, ਇਸ ਤਰ੍ਹਾਂ ਪਰਿਵਾਰਾਂ ਦੇ ਵਿੱਚ lies, ਝੂਠ, backbiting, ਚੁਗਲੀ ਕਰਨਾ, talking evil about others, ਦੂਜਿਆਂ ਦੇ ਬਾਰੇ ਬੁਰਾ ਬੋਲਣਾ
And you know, I even hear of young fellows sitting before the television whole day. ਅਤੇ ਮੈਂ ਇਹ ਵੀ ਵੇਖਦਾ ਹਾਂ ਕਿ ਜਵਾਨ ਲੋਕ ਸਾਰਾ ਦਿਨ ਟੈਲੀਵਿਜ਼ਨ ਦੇ ਅੱਗੇ ਬੈਠੇ ਰਹਿੰਦੇ ਹਨ And their wives are disgusted. ਅਤੇ ਉਹਨਾਂ ਦੀਆਂ ਪਤਨੀਆਂ ਪਰੇਸ਼ਾਨ ਹੁੰਦੀਆਂ ਹਨ। Now, my dear friends, ਮੇਰੇ ਪਿਆਰੇ ਮਿੱਤਰੋ, if you are lazy and you don't do any work, ਜੇਕਰ ਤੁਸੀਂ ਆਲਸੀ ਹੋ ਅਤੇ ਕੋਈ ਕੰਮ ਨਹੀਂ ਕਰਦੇ what does the Bible say? ਤਾਂ ਬਾਈਬਲ ਕੀ ਆਖਦੀ ਹੈ? Neither should they eat. ਤਾਂ ਉਸ ਨੂੰ ਰੋਟੀ ਵੀ ਨਹੀਂ ਖਾਣੀ ਚਾਹੀਦੀ। What a good cure. ਕਿੰਨਾ ਵਧੀਆ ਇਲਾਜ ਹੈ। Idle fellows, ਆਲਸੀ ਵਿਅਕਤੀ you see, who expect their wives to come from the office, cook everything, ਆਲਸੀ ਵਿਅਕਤੀ ਜਿਹੜਾ ਇਹ ਉਮੀਦ ਕਰਦਾ ਹੈ ਕਿ ਉਸ ਦੀ ਘਰਵਾਲੀ ਦਫ਼ਤਰ ਤੋਂ ਆ ਕੇ ਉਸ ਲਈ ਰੋਟੀ ਵੀ and ਬਣਾਵੇ feed them like, ਅਤੇ ਉਸ ਨੂੰ ਆ ਕੇ you ਰਜਾਵੇ know, they fatten a pig, you know. ਜਿਵੇਂ ਕਿ ਇੱਕ ਮੋਟੇ ਹੋਏ ਸੂਰ ਨੂੰ। I don't enjoy pig's meat. ਮੈਨੂੰ ਸੂਰ ਦਾ ਮੀਟ ਪਸੰਦ ਨਹੀਂ ਹੈ, But some people in Madras seem to love it. ਪਰ ਮਦਰਾਸ ਦੇ ਵਿੱਚ ਕਈ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ। Fat pigs. ਮੋਟੇ ਸੂਰ। What? You're not a fat pig? ਕੀ ਤੁਸੀਂ ਇੱਕ ਮੋਟੇ ਸੂਰ ਨਹੀਂ ਹੋ? And how can you have a poor wife working and working ਅਤੇ ਵਿਚਾਰੀ ਘਰਵਾਲੀ ਸਾਰਾ ਦਿਨ ਕੰਮ and ਕਰਦੀ you ਰਹਿੰਦੀ be idle? ਹੈ ਅਤੇ ਤੁਸੀਂ ਆਲਸੀ ਰਹਿੰਦੇ ਹੋ? Now that's not teamwork in a family. ਉਹ ਇੱਕ ਪਰਿਵਾਰ ਦੇ ਵਿੱਚ ਟੀਮ ਦਾ ਕੰਮ ਨਹੀਂ ਹੈ। See, my friends, these are all modern afflictions. ਵੇਖੋ ਮਿੱਤਰੋ, ਇਹ ਸਾਰੇ ਆਧੁਨਿਕ ਦੁੱਖ ਹਨ। The television also is contributing to the evil and confusion in our family. ਟੈਲੀਵਿਜ਼ਨ ਵੀ ਸਾਡੇ ਪਰਿਵਾਰਾਂ ਦੇ ਵਿੱਚ ਬੁਰੀਾਈ ਅਤੇ ਉਲਝਣ ਦੇ ਵਿੱਚ ਯੋਗਦਾਨ ਪਾ ਰਿਹਾ ਹੈ। Now, ਹੁਣ I must bring you to a different kind of family. ਮੈਂ ਤੁਹਾਨੂੰ ਹੁਣ ਇੱਕ ਅਲੱਗ ਕਿਸਮ ਦੇ ਪਰਿਵਾਰ ਬਾਰੇ ਦੱਸਦਾ ਹਾਂ। Will you please turn to Acts 10th chapter? ਰਸੂਲਾਂ ਦੇ ਕਰਤੱਵ ਉਸ ਦਾ 10 ਅਧਿਆਇ। Acts chapter 10. ਰਸੂਲਾਂ ਦੇ ਕਰਤੱਵ 10 ਅਧਿਆਇ। There was a certain man in Caesarea, ਇੱਥੇ ਕੈਸਰੀਆ ਦੇ ਵਿੱਚ ਇੱਕ ਮਨੁੱਖ ਸੀ, you know, the seat of the Roman government, ਰੋਮੀ ਸਰਕਾਰ ਦੇ ਵਿੱਚ ਇੱਕ ਅਹੁਦੇ ਤੇ ਵਿਅਕਤੀ, called Cornelius, ਅਤੇ ਉਸ ਦਾ ਨਾਮ ਕੁਰਨੇਲੀਅਸ ਸੀ। a commander of 100 soldiers, 100 ਸਿਪਾਹੀਆਂ ਦਾ ਇੱਕ ਸੈਨਾਪਤੀ ਸੀ। a devout man. ਇੱਕ ਭਗਤ ਮਨੁੱਖ ਸੀ। You don't describe a captain who has to control a restive nation. ਇੱਕ ਛੁਟਕਾਰਾ ਪਾਏ ਹੋਏ ਦੇਸ਼ ਨੂੰ ਨਿਯੰਤਰਣ ਕਰਨ ਵਾਲੇ ਸੈਨਾਪਤੀ ਦਾ ਤੁਸੀਂ ਵਰਣਨ ਨਹੀਂ ਕਰਦੇ ਹੋ। To be a devout man, ਇੱਕ ਭਗਤ ਮਨੁੱਖ ਹੋਣਾ, if you say a violent man, full of his own authority, ਤੁਸੀਂ ਕਹੋਗੇ ਕਿ ਉਹ ਤਾਂ ਆਪਣੇ ਇਖਤਿਆਰ ਨਾਲ ਭਰਿਆ ਹੋਇਆ ਇੱਕ ਵਿਦਰੋਹੀ ਮਨੁੱਖ ਹੈ। then it might have been fitting. ਫਿਰ ਤਾਂ ਉਹਦੇ ਲਈ ਉਹ ਗੱਲ ਟੁਕਵੀਂ ਜਾਪਦੀ ਹੈ। But ਪਰ he was a devout man, ਉਹ ਇੱਕ ਭਗਤ ਮਨੁੱਖ ਸੀ and one that feared God with all his house. ਅਤੇ ਉਹ ਆਪਣੇ ਪੂਰੇ ਘਰਾਣੇ ਦੇ ਨਾਲ ਪਰਮੇਸ਼ਵਰ ਦਾ ਡਰ ਰੱਖਦਾ ਸੀ। You know, my friend, ਤੁਸੀਂ ਵੇਖੋ ਮੇਰੇ ਮਿੱਤਰੋ, this man had more bhakti than many of us. ਇਹ ਮਨੁੱਖ ਸਾਡੇ ਨਾਲੋਂ ਜ਼ਿਆਦਾ ਭਗਤ ਮਨੁੱਖ ਸੀ। At this point, ਇਸ ਸਮੇਂ he did not know anything about Jesus. ਉਹ ਯਿਸੂ ਬਾਰੇ ਕੁਝ ਵੀ ਨਹੀਂ ਜਾਣਦਾ ਸੀ। And he did not know anything about the 10 commandments. ਅਤੇ ਉਹ 10 ਹੁਕਮਾਂ ਦੇ ਬਾਰੇ ਕੁਝ ਨਹੀਂ ਜਾਣਦਾ ਸੀ। He belonged to a heathen culture. ਉਹ ਇੱਕ ਪਰਾਈਆਂ ਕੌਮਾਂ ਦੇ ਸੱਭਿਆਚਾਰ ਦਾ ਹਿੱਸਾ ਸੀ। Listen, ਸੁਣੋ, you know, one of the first things that you'll read in the Indian history book is ਭਾਰਤੀ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਪੜ੍ਹਦੇ ਹੋ ਉਹ ਇਹ ਹੈ,
Oh, we are an ancient civilization from Harappa. ਅਸੀਂ ਤਾਂ ਹੜੱਪਾ ਸੱਭਿਅਤਾ ਤੋਂ ਇੱਕ ਬੜੀ ਪੁਰਾਣੀ ਸੱਭਿਅਤਾ ਤੋਂ ਹਾਂ। All right, Harappa, Girappa, that may be. ਠੀਕ ਹੈ, ਹੜੱਪਾ, ਗ੍ਰਿਪਾ ਜਾਂ ਜੋ ਵੀ ਹੋਵੇ, But ਪਰ we are, one day when I opened the newspaper, ਇੱਕ ਦਿਨ ਜਦੋਂ ਮੈਂ ਅਖਬਾਰ ਪੜ੍ਹ ਰਿਹਾ ਸੀ, I saw the statement of the President of the Congress. ਮੈਂ ਕਾਂਗਰਸ ਦੇ ਪ੍ਰਧਾਨ ਤੋਂ ਇਹ ਇੱਕ ਵਾਕ ਨੂੰ ਪੜ੍ਹਿਆ, We are a nation of liars and thieves. ਅਸੀਂ ਝੂਠਿਆਂ ਅਤੇ ਚੋਰਾਂ ਦਾ ਇੱਕ ਦੇਸ਼ When ਹਾਂ। I was a college student, ਉਸ ਸਮੇਂ ਮੈਂ ਇੱਕ ਕਾਲਜ ਦਾ ਵਿਦਿਆਰਥੀ ਸੀ। and now I see that even cricket players are cheat. Many top cricket players. ਅਤੇ ਅੱਜ ਮੈਂ ਵੇਖਦਾ ਹਾਂ ਕਿ ਕ੍ਰਿਕਟ ਦੇ ਖਿਡਾਰੀ ਵੀ ਧੋਖਾ ਦਿੰਦੇ ਹਨ, ਬਹੁਤ ਸਾਰੇ ਚੰਗੇ ਖਿਡਾਰੀ ਵੀ। I won't spend a paisa to look at cheats. ਮੈਂ ਇਸ ਧੋਖੇ ਨੂੰ ਵੇਖਣ ਲਈ ਇੱਕ ਵੀ ਪੈਸਾ ਖਰਚ ਨਹੀਂ ਕਰਾਂਗਾ। And the newspaper is full of that. ਅਤੇ ਅਖਬਾਰ ਉਸ ਨਾਲ ਭਰਿਆ ਪਿਆ ਹੁੰਦਾ ਹੈ। But that is our culture. ਉਹ ਹੀ ਸਾਡਾ ਸੱਭਿਆਚਾਰ ਹੈ। So, ਇਸ ਤਰ੍ਹਾਂ if money disappears here, money disappears in the family. ਪੈਸਾ ਇੱਥੇ ਗਾਇਬ ਹੋ ਜਾਂਦਾ ਹੈ, ਪੈਸਾ ਪਰਿਵਾਰ ਚੋਂ ਗਾਇਬ ਹੋ ਜਾਂਦਾ ਹੈ। That is in the government. ਉਹ ਸਰਕਾਰ ਦੇ ਵਿੱਚ ਵੀ ਹੈ। If they lay a surface a road, it is washed off in the next monsoon. ਜੇਕਰ ਸਰਕਾਰ ਇੱਕ ਸੜਕ ਬਣਾਉਂਦੀ ਹੈ ਤਾਂ ਅਗਲੇ ਮੀਂਹ ਵਿੱਚ ਉਹ ਸੜਕ ਗਾਇਬ ਹੋ ਜਾਂਦੀ ਹੈ। Oh, that's the way to do it. ਉਹ ਇਸੇ ਤਰ੍ਹਾਂ ਇਸ ਨੂੰ ਬਣਾਉਂਦੇ ਹਨ, Otherwise, we will be out of work. ਨਹੀਂ ਤਾਂ ਕੰਮ ਮੁੱਕ ਜਾਵੇਗਾ। So, ਇਸ ਤਰ੍ਹਾਂ we will lay such a surface that will wash away in the next monsoon. ਅਸੀਂ ਇਸ ਤਰ੍ਹਾਂ ਸੜਕ ਬਣਾਵਾਂਗੇ ਕਿ ਅਗਲੇ ਮੀਂਹ ਵਿੱਚ ਉਹ ਖਤਮ ਹੋ ਜਾਵੇ। And the government and the engineers of the government will give us another contract. ਅਤੇ ਫਿਰ ਸਰਕਾਰ ਅਤੇ ਇੰਜੀਨੀਅਰ ਸਾਨੂੰ ਅਗਲਾ ਠੇਕਾ ਦੇਣਗੇ। What a deceitful culture. ਕਿੰਨਾ ਧੋਖੇ ਵਾਲਾ ਇਹ ਸੱਭਿਆਚਾਰ ਹੈ। Now, I am very surprised at Cornelius. ਮੈਂ ਕੁਰਨੇਲੀਅਸ ਤੇ ਬਹੁਤ ਜ਼ਿਆਦਾ ਹੈਰਾਨ ਹੁੰਦਾ ਹਾਂ। You see how his righteousness ਉਸ ਦੀ ਧਾਰਮਿਕਤਾ and his prayers and his giving, he gave generously. ਉਸ ਦੀਆਂ ਪ੍ਰਾਰਥਨਾਵਾਂ ਅਤੇ ਉਸ ਦਾ ਦੇਣਾ ਉਹ ਖੁੱਲ੍ਹਦਿਲੀ ਦੇ ਨਾਲ ਦਿੰਦਾ ਸੀ। Let's look at the second verse again. ਆਓ ਅਸੀਂ ਦੂਸਰੀ ਆਇਤ ਨੂੰ ਫੇਰ ਵੇਖੀਏ। A devout man, ਉਹ ਧਰਮੀ ਬੰਦਾ ਸੀ one that feared God with all his house, ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਵਰ ਦਾ ਡਰ ਰੱਖਦਾ ਸੀ, which gave much alms to the people. ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ। What? ਕੀ Do you give alms to people whom you rule? ਕੀ ਤੁਸੀਂ ਉਹਨਾਂ ਲੋਕਾਂ ਨੂੰ ਦਾਨ ਦਿੰਦੇ ਜਿਨ੍ਹਾਂ ਤੇ ਤੁਸੀਂ ਰਾਜ ਕਰਦੇ ਹੋ? You see, all the time we are saying, oh, Kohinoor disappeared from India. ਅਸੀਂ ਇਹ ਆਖਦੇ ਰਹਿੰਦੇ ਹਾਂ ਕਿ ਭਾਰਤ ਵਿੱਚੋਂ ਕੋਹੀਨੂਰ ਚਲਾ ਗਿਆ ਹੈ, England, ਇੰਗਲੈਂਡ ਚਲਾ ਗਿਆ, or some, the colonists defrauded the country. ਔਰ ਉਹਨਾਂ ਨੇ ਦੇਸ਼ ਨੂੰ ਲੁੱਟ ਲਿਆ ਹੈ। This grabbing spirit, this stealing spirit, ਇਹ ਲੁੱਟਣ ਵਾਲਾ ਆਤਮਾ, ਇਹ ਚੋਰੀ ਕਰਨ ਵਾਲਾ this ਆਤਮਾ, bribe taking spirit, ਇਹ ਰਿਸ਼ਵਤ ਲੈਣ ਵਾਲਾ ਆਤਮਾ, this spirit which was not there in Cornelius ਇਹ ਆਤਮਾ ਕੁਰਨੇਲੀਅਸ ਦੇ ਵਿੱਚ ਨਹੀਂ ਸੀ। is a contagious spirit. ਇਹ ਤਾਂ ਇੱਕ ਛੂਤ ਦਾ ਆਤਮਾ ਹੈ। It comes from father to son. ਇਹ ਪਿਤਾ ਤੋਂ ਪੁੱਤਰ ਦੇ ਵਿੱਚ ਆ ਜਾਂਦਾ ਹੈ। Some years ago, ਕੁਝ ਸਾਲ ਪਹਿਲੇ there was in this fellowship ਇੱਥੇ ਇਸ ਸੰਗਤੀ ਦੇ ਵਿੱਚ one of those whom we loved very much. ਇੱਕ ਉਹ ਵਿਅਕਤੀ ਸੀ ਜਿਸ ਨੂੰ ਅਸੀਂ ਬਹੁਤ ਪਿਆਰ ਕਰਦੇ His ਸੀ। name was Raja Gopal. ਉਸ ਦਾ ਨਾਮ ਰਾਜਾ ਗੋਪਾਲ ਸੀ।
And then he told me this. ਅਤੇ ਉਸਨੇ ਮੈਨੂੰ ਇਸ ਤਰ੍ਹਾਂ ਦੱਸਿਆ, On the first day that he joined service, ਪਹਿਲੇ ਦਿਨ ਉਹ ਸਾਡੀ ਸਭਾ ਦੇ ਵਿੱਚ ਆਇਆ। the grandfather asked him, ਦਾਦੇ ਨੇ ਉਸ ਨੂੰ ਪੁੱਛਿਆ, you see, he comes from Brahmin fold. ਵੇਖੋ ਉਹ ਬ੍ਰਾਹਮਣ ਪਰਿਵਾਰ ਤੋਂ ਆਇਆ ਹੈ, What is your salary? ਤੇਰੀ ਤਨਖਾਹ ਕੀ ਹੈ? Now he said, so and so. ਅਤੇ ਇਸ ਤਰ੍ਹਾਂ ਹੋਰ ਵੀ ਗੱਲਾਂ ਪੁੱਛੀਆਂ। Then he asked another question. ਫਿਰ ਇੱਕ ਹੋਰ ਪ੍ਰਸ਼ਨ ਉਸਨੇ ਪੁੱਛਿਆ, Melvaranmanam, that is bribery, how much more will you get by mamul and bribery? ਤੂੰ ਰਿਸ਼ਵਤ ਲੈ ਕੇ ਹੋਰ ਕਿੰਨਾ ਕੁ ਕਮਾ ਲੈਂਦਾ ਹੈ? Look at that. ਇਸ ਵੱਲ ਵੇਖੋ, That is the culture of India. ਇਹ ਭਾਰਤੀ ਸੱਭਿਆਚਾਰ ਹੈ। Nobody needs to steal from us or grab from us. ਕਿਸੇ ਨੂੰ ਵੀ ਸਾਡੇ ਤੋਂ ਲੁੱਟਣ ਜਾਂ ਖੋਹਣ ਦੀ ਜ਼ਰੂਰਤ ਨਹੀਂ ਹੈ। We are notorious for robbing each other ਅਸੀਂ ਇੱਕ ਦੂਜੇ ਨੂੰ ਹੀ ਲੁੱਟਦੇ ਰਹਿੰਦੇ ਹਾਂ and tearing the entrails of each other. ਅਤੇ ਇੱਕ ਦੂਜੇ ਨੂੰ ਢਾਉਂਦੇ ਰਹਿੰਦੇ ਹਾਂ। So, ਇਸ ਤਰ੍ਹਾਂ that is our culture. ਉਹ ਸਾਡਾ ਸੱਭਿਆਚਾਰ ਹੈ। But ਪਰ we see a different kind of godliness in Cornelius. ਅਸੀਂ ਕੋਰਨੇਲੀਅਸ ਦੇ ਵਿੱਚ ਇੱਕ ਅਲੱਗ ਕਿਸਮ ਦੀ ਧਾਰਮਿਕਤਾ ਨੂੰ ਵੇਖਦੇ ਹਾਂ। He loved the people whom the Romans ruled. ਉਸਨੇ ਅਜਿਹੇ ਲੋਕਾਂ ਨੂੰ ਪਿਆਰ ਕੀਤਾ ਜਿਸ ਤੇ ਰੋਮੀ ਰਾਜ ਕਰਦੇ ਸਨ, And instead of robbing them, ਅਤੇ ਉਹਨਾਂ ਨੂੰ ਲੁੱਟਣ ਦੀ ਬਜਾਏ he gave much alms to the poor. ਉਸਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਸੀ। And then the concluding word here in the second verse, ਅਤੇ ਫਿਰ ਦੂਜੀ ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, and prayed to God always. ਅਤੇ ਉਹ ਨਿਤ ਪਰਮੇਸ਼ਵਰ ਦੇ ਅੱਗੇ ਦੁਆ ਕਰਦਾ ਸੀ। My dear friend, ਮੇਰੇ ਪਿਆਰੇ ਮਿੱਤਰੋ, how does a soldier entrusted with the difficult job of keeping a nation under control, ਕਿਵੇਂ ਇੱਕ ਸਿਪਾਹੀ ਜਿਸ ਨੂੰ ਦੇਸ਼ ਤੇ ਨਿਯੰਤਰਣ ਕਰਨ ਦਾ ਇੱਕ ਔਖਾ ਕੰਮ ਦਿੱਤਾ ਹੋਇਆ ਸੀ, how can he have an undercurrent of prayer? ਕਿਵੇਂ ਉਹ ਨਿਤ ਪ੍ਰਾਰਥਨਾ ਕਰ ਸਕਦਾ ਹੈ? You know, one of our dentists, professors of dentistry, Dr. Rajendran, ਸਾਡੇ ਇੱਕ ਡੈਂਟਿਸਟ ਜਿਨ੍ਹਾਂ ਦਾ ਨਾਮ ਡਾਕਟਰ ਰਜਿੰਦਰਨ ਹੈ, what would he say? ਉਹ ਕੀ ਆਖਦੇ ਸਨ? When I went into my clinic ਜਦੋਂ ਮੈਂ ਮੇਰੇ ਕਲੀਨਿਕ ਵਿੱਚ ਜਾਂਦਾ ਸੀ and I saw the lineup of people, ਮੈਂ ਲੋਕਾਂ ਦੀ ਲਾਈਨ ਨੂੰ ਵੇਖਦਾ ਸੀ, I would immediately calculate how much money I would make. ਮੈਂ ਤੁਰੰਤ ਹਿਸਾਬ ਲਗਾ ਲੈਂਦਾ ਸੀ ਕਿ ਕਿੰਨਾ ਕੁ ਪੈਸਾ ਮੈਂ ਕਮਾਵਾਂਗਾ। My dear friend, ਮੇਰੇ ਪਿਆਰੇ ਮਿੱਤਰੋ, that's no doctor. ਉਹ ਡਾਕਟਰ ਨਹੀਂ ਹੈ। You must have a shop somewhere in China Bazaar. ਤੁਹਾਡੇ ਕੋਲ ਤਾਂ ਇੱਕ ਦੁਕਾਨ ਚਾਈਨਾ ਬਾਜ਼ਾਰ ਵਿੱਚ ਕਿਤੇ ਹੋਣੀ ਚਾਹੀਦੀ ਸੀ। But we are producing such doctors and dentists. ਪਰ ਅਸੀਂ ਇਸ ਤਰ੍ਹਾਂ ਦੇ ਡਾਕਟਰ ਅਤੇ ਦੰਦਾਂ ਦੇ ਡਾਕਟਰਾਂ ਨੂੰ ਪੈਦਾ ਕਰ ਰਹੇ ਹਾਂ। I will lift these people. ਮੈਂ ਇਹਨਾਂ ਲੋਕਾਂ ਦੀ ਮਦਦ ਕਰਾਂਗਾ। I will go where there is no doctor. ਜਿੱਥੇ ਕੋਈ ਡਾਕਟਰ ਨਹੀਂ ਹੈ ਮੈਂ ਉੱਥੇ ਜਾਵਾਂਗਾ। No, ਨਹੀਂ, that's not our motivation. ਉਹ ਸਾਡੀ ਪ੍ਰੇਰਨਾ ਨਹੀਂ ਹੈ। My dear people, ਮੇਰੇ ਪਿਆਰੇ ਮਿੱਤਰੋ, but when he was transformed by Jesus, ਪਰ ਜਦੋਂ ਉਹ ਯਿਸੂ ਦੇ ਦੁਆਰਾ ਬਦਲ ਦਿੱਤਾ ਗਿਆ, you know, when he heard that I was going to preach in his idolatrous town, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇੱਕ ਬੁੱਤ ਪੂਜਕ ਸ਼ਹਿਰ ਵਿੱਚ ਪ੍ਰਚਾਰ ਕਰਨ ਜਾ ਰਿਹਾ ਹਾਂ, he came to me. ਉਹ ਮੇਰੇ ਕੋਲ ਆਏ। You know what he said? ਤੁਹਾਨੂੰ ਪਤਾ ਉਹਨਾਂ ਕੀ ਆਖਿਆ? Brother, ਭਾਈ,
I hear you're going to my political town. ਮੈਂ ਸੁਣਿਆ ਹੈ ਕਿ ਤੂੰ ਮੇਰੇ ਰਾਜਨੀਤਿਕ ਸ਼ਹਿਰ ਵਿੱਚ ਜਾ ਰਿਹਾ ਹੈ। I want to pay the entire bill of the campaign. ਮੈਂ ਉਸ ਸਾਰੇ ਪ੍ਰੋਗਰਾਮ ਦੇ ਪੂਰੇ ਬਿੱਲ ਦਾ ਭੁਗਤਾਨ ਕਰਨਾ ਚਾਹੁੰਦਾ ਹਾਂ। I said, no, ਮੈਂ ਆਖਿਆ ਨਹੀਂ, I don't accept things like that. ਮੈਂ ਇਸ ਤਰ੍ਹਾਂ ਗੱਲਾਂ ਨੂੰ ਸਵੀਕਾਰ ਨਹੀਂ ਕਰਦਾ ਹਾਂ। But he was so adamant. ਪਰ ਉਹ ਆਪਣੀ ਜਿੱਦ ਤੇ ਅੜਿਆ ਰਿਹਾ। Brother, I want to do this. ਭਾਈ ਮੈਂ ਇਸ ਨੂੰ ਕਰਨਾ ਚਾਹੁੰਦਾ ਹਾਂ। A new man, ਇੱਕ ਨਵਾਂ ਮਨੁੱਖ, a new creature. ਇੱਕ ਨਵਾਂ ਪ੍ਰਾਣੀ। You can become a new creation ਤੁਸੀਂ ਇੱਕ ਨਵੀਂ ਸ੍ਰਿਸ਼ਟੀ ਬਣ ਸਕਦੇ ਹੋ because Jesus died for your sins. ਕਿਉਂਕਿ ਯਿਸੂ ਤੁਹਾਡੇ ਪਾਪਾਂ ਲਈ ਮਰ ਗਿਆ ਸੀ। Now, my friend, ਮੇਰੇ ਪਿਆਰੇ ਮਿੱਤਰੋ, so he maintained an undercurrent of prayer. ਉਸ ਨੇ ਨਿਤ ਪ੍ਰਾਰਥਨਾ ਕਰਨਾ ਜਾਰੀ ਰੱਖਿਆ ਸੀ। Then the third verse ਅਤੇ ਤੀਸਰੀ ਆਇਤ is very striking. ਇਹ ਹੋਰ ਵੀ ਜ਼ਿਆਦਾ ਵਧੀਆ ਹੈ। You see, there was an answer to those prayers. ਉਹਨਾਂ ਪ੍ਰਾਰਥਨਾਵਾਂ ਦਾ ਇੱਕ ਉੱਤਰ ਸੀ। My beloved people, ਮੇਰੇ ਪਿਆਰੇ ਮਿੱਤਰੋ, let us not make a big show of religion. ਆਓ ਅਸੀਂ ਧਰਮ ਦਾ ਇੱਕ ਵੱਡਾ ਵਿਖਾਵਾ ਨਾ ਕਰੀਏ। Let it be a true communication with God. ਅਸੀਂ ਪਰਮੇਸ਼ਵਰ ਦੇ ਨਾਲ ਇੱਕ ਸੱਚਾ ਸੰਚਾਰ ਕਰੀਏ। You know, my father used to love to hear the prayers of some of those poor villagers. ਮੇਰੇ ਪਿਤਾ ਜੀ ਨੂੰ ਇਹਨਾਂ ਕੁਝ ਗਰੀਬ ਪਿੰਡੂਆਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਨਾ ਬਹੁਤ ਪਸੰਦ ਹੁੰਦਾ ਸੀ। He said it's like music to my ears. ਉਹਨਾਂ ਆਖਿਆ ਕਿ ਇਹ ਮੇਰੇ ਕੰਨਾਂ ਦੇ ਵਿੱਚ ਸੰਗੀਤ ਦੇ ਵਾਂਗ ਹੈ, Because they would pray with such definiteness. ਕਿਉਂਕਿ ਉਹ ਪੱਕੀ ਨਿਸ਼ਚਿਤਤਾ ਦੇ ਨਾਲ ਪ੍ਰਾਰਥਨਾ ਕਰਦੇ ਹੁੰਦੇ ਸਨ And God would answer them. ਅਤੇ ਪਰਮੇਸ਼ਵਰ ਉਹਨਾਂ ਨੂੰ ਉੱਤਰ ਦਿੰਦਾ ਸੀ। God would speak to them. ਪਰਮੇਸ਼ਵਰ ਉਹਨਾਂ ਨਾਲ ਬੋਲਦਾ ਸੀ। Now that's the environment in which we were brought up. ਵੇਖੋ, ਇਸੇ ਵਾਤਾਵਰਣ ਦੇ ਵਿੱਚ ਹੀ ਸਾਡਾ ਪਾਲਣ ਪੋਸ਼ਣ ਹੋਇਆ ਸੀ। But the upshot of all this, ਪਰ ਇਸ ਸਭ ਦਾ ਨਤੀਜਾ, Peter went ਪਤਰਸ ਗਿਆ and declared Christ. ਅਤੇ ਜਾ ਕੇ ਮਸੀਹ ਦਾ ਪ੍ਰਚਾਰ ਕੀਤਾ। You see, ਤੁਸੀਂ ਵੇਖੋ, and this Roman captain gathered all his relatives and friends. ਇਸ ਰੋਮੀ ਸੈਨਾਪਤੀ ਨੇ ਉਸਦੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਇਕੱਠਾ ਕੀਤਾ। He didn't have to announce a crusade or some big meeting. ਉਸ ਨੂੰ ਇੱਕ ਕਰੂਸੇਡ ਜਾਂ ਵੱਡੀ ਮੀਟਿੰਗ ਦੀ ਘੋਸ਼ਣਾ ਨਹੀਂ ਕਰਨੀ ਪਈ। That's all our doings today. ਉਹ ਤਾਂ ਅੱਜ ਕੱਲ੍ਹ ਸਾਡੇ ਕੰਮ ਹਨ। He didn't have the need for that. ਉਸ ਨੂੰ ਉਸ ਦੀ ਲੋੜ ਨਹੀਂ ਪਈ ਸੀ। When he said something, people respected it. ਜਦੋਂ ਉਸਨੇ ਕੁਝ ਆਖਿਆ ਤਾਂ ਲੋਕਾਂ ਨੇ ਆਦਰ ਕੀਤਾ ਸੀ। So all his relatives, friends, ਇਸ ਤਰ੍ਹਾਂ ਉਸਦੇ ਸਾਰੇ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ they ਸਨ। gathered. ਉਹ ਇਕੱਠੇ ਹੋਏ ਸਨ And Peter spoke a few words. ਅਤੇ ਪਤਰਸ ਨੇ ਕੁਝ ਸ਼ਬਦ ਬੋਲੇ Christ Jesus, ਮਸੀਹ ਯਿਸੂ ਦੇ ਬਾਰੇ। 38th verse. ਉਸ ਦੀ 38 ਆਇਤ ਵਿੱਚ How God anointed Jesus of Nazareth with the Holy Ghost ਕਿਵੇਂ ਪਰਮੇਸ਼ਵਰ ਨੇ ਪਵਿੱਤਰ ਆਤਮਾ ਨਾਲ ਯਿਸੂ ਨਾਸਰੀ ਨੂੰ ਮਸਾ ਕੀਤਾ and with power, ਅਤੇ ਸਮਰਥਾ ਦੇ ਨਾਲ, who went about doing good and healing all that were oppressed. ਜੋ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ। See? ਵੇਖੋ, And he is going to come again ਅਤੇ ਉਹ ਫਿਰ ਤੋਂ ਆਉਣ ਵਾਲਾ ਹੈ to judge the living and the dead. ਤਾਂ ਕਿ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇ। Oh, Peter could not proceed further. ਪਤਰਸ ਇਸ ਤੋਂ ਅੱਗੇ ਨਾ ਵੱਧ ਸਕਿਆ। The power of God fell on that group. ਪਰਮੇਸ਼ਵਰ ਦੀ ਸ਼ਕਤੀ ਉਸ ਝੁੰਡ ਉੱਤੇ ਆ ਗਈ। I do not know how many languages they spoke, ਮੈਨੂੰ ਨਹੀਂ ਪਤਾ ਕਿ ਉਹ ਕਿੰਨੀਆਂ ਭਾਸ਼ਾਵਾਂ ਬੋਲਦੇ ਸਨ,
But on the day of Pentecost, they were understandable languages. ਪਰ ਪੈਂਤੀਕੋਸਤ ਦੇ ਦਿਨ ਉੱਥੇ ਸਮਝਣ ਵਾਲੀ ਇੱਕ ਭਾਸ਼ਾ ਸੀ। But ਪਰ God's power came down as on the disciples on the day of Pentecost. ਪਰਮੇਸ਼ਵਰ ਦੀ ਸ਼ਕਤੀ ਉਵੇਂ ਹੀ ਉਤਰੀ ਜਿਵੇਂ ਕਿ ਪੈਂਤੀਕੋਸਤ ਦੇ ਦਿਨ ਚੇਲਿਆਂ ਦੇ ਉੱਪਰ ਉਤਰੀ ਸੀ। My dear friends, ਮੇਰੇ ਪਿਆਰੇ ਮਿੱਤਰੋ, the Lord must visit us. ਪ੍ਰਭੂ ਸਾਡੇ ਕੋਲ ਹੋਣਾ ਚਾਹੀਦਾ ਹੈ। Oh, let not heaven pass us by. ਔਰ ਸਾਡੇ ਕੋਲੋਂ ਉਸ ਦੀ ਹਜ਼ੂਰੀ ਚਲੀ ਨਾ ਜਾਵੇ। These people worship big halls. ਇਹ ਲੋਕ ਵੱਡੇ ਹਾਲ ਦੀ ਆਰਾਧਨਾ ਕਰਦੇ ਹਨ। These people run after preachers. ਇਹ ਲੋਕ ਪ੍ਰਚਾਰਕਾਂ ਦੇ ਪਿੱਛੇ ਭੱਜਦੇ ਹਨ। They don't want God. ਉਹਨਾਂ ਨੂੰ ਪਰਮੇਸ਼ਵਰ ਨਹੀਂ ਚਾਹੀਦਾ ਹੈ। Let not heaven say that. ਸਵਰਗ ਇਹ ਗੱਲ ਨੂੰ ਨਾ ਕਹੇ। Let us humble ourselves. ਆਓ ਅਸੀਂ ਆਪਣੇ ਆਪ ਨੂੰ ਹਲੀਮ ਕਰੀਏ। Lord Jesus, ਪ੍ਰਭੂ ਯਿਸੂ, bring reality into me and into my relationship with you. ਮੇਰੇ ਅੰਦਰ ਅਤੇ ਮੇਰੇ ਨਾਲ ਤੇਰੇ ਸਬੰਧ ਦੇ ਵਿੱਚ ਅਸਲੀਅਤ ਨੂੰ ਲੈ ਆ। Let us pray. ਆਓ ਅਸੀਂ ਪ੍ਰਾਰਥਨਾ ਕਰੀਏ। Oh, gracious Father, ਹੇ ਦਿਆਲੂ ਪਿਤਾ, save us from our determination to be insane. ਪ੍ਰਭੂ ਸਾਨੂੰ ਮੂਰਖ ਹੋਣ ਤੋਂ ਬਚਾ ਲੈ। You are a God who speaks. ਤੂੰ ਉਹ ਪਰਮੇਸ਼ਵਰ ਹੈ ਜਿਹੜਾ ਬੋਲਦਾ ਹੈ। You are the God who consumes the sin and the dross with your fire. ਤੂੰ ਉਹ ਪਰਮੇਸ਼ਵਰ ਹੈ ਜਿਹੜਾ ਕਿ ਪਾਪ ਨੂੰ ਨਸ਼ਟ ਕਰਦਾ ਹੈ ਆਪਣੀ ਅੱਗ ਦੇ ਨਾਲ। Oh, my Father, ਹੇ ਮੇਰੇ ਪਿਤਾ, don't pass me by. ਤੂੰ ਮੇਰੇ ਲਾਗਿਓਂ ਦੀ ਨਾ ਲੰਘ ਜਾਈਂ। Let my prayer come as a memorial before you. ਮੇਰੀਆਂ ਪ੍ਰਾਰਥਨਾਵਾਂ ਤੇਰੇ ਅੱਗੇ ਇੱਕ ਯਾਦਗਾਰੀ ਹੋਣ। You accepted the prayer of this captain. ਤੂੰ ਇਸ ਸੈਨਾਪਤੀ ਦੀ ਪ੍ਰਾਰਥਨਾ ਨੂੰ ਸਵੀਕਾਰ ਕੀਤਾ। Lord, accept our prayer. ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਨੂੰ ਵੀ ਸਵੀਕਾਰ ਕਰ। Speak to us. ਸਾਡੇ ਨਾਲ ਗੱਲਬਾਤ ਕਰ। Save us from this awful generation, ਇਸ ਭਿਆਨਕ ਪੀੜ੍ਹੀ ਤੋਂ ਸਾਨੂੰ ਬਚਾ ਲੈ an adulterous generation. ਅਤੇ ਇਸ ਵਿਭਚਾਰਨ ਪੀੜ੍ਹੀ ਤੋਂ Save us. ਸਾਨੂੰ ਬਚਾ ਲੈ। We humbly ask, save our family. ਅਸੀਂ ਹਲੀਮਤਾ ਨਾਲ ਮੰਗਦੇ ਹਾਂ ਕਿ ਸਾਡੇ ਪਰਿਵਾਰਾਂ ਨੂੰ ਬਚਾ ਲੈ। In Jesus' holy name. ਯਿਸੂ ਦੇ ਪਵਿੱਤਰ ਨਾਮ ਵਿੱਚ। Amen.